ਦੂਜਾ ਨੰਬਰ ਇਹ ਸਰਕਾਰ ਮੈਸੇਜ ਲਾ ਰਹੀ ਆ ਪੂਰੇ ਪੰਜਾਬ 'ਚ ਕਿ ਉੱਥੇ ਦੇ ਲੋਕਾਂ ਨੇ ਆਪ ਜ਼ਮੀਨ ਦਿੱਤੀ ਹੈ, ਆਪ ਛੱਡਿਆ ਕਬਜ਼ਾ। ਕੋਈ ਸਹਿਮਤੀ ਨਹੀਂ ਹੈਗੀ ਸਾਡੀ, ਕੋਈ ਕਬਜ਼ਾ ਨਹੀਂ ਛੱਡਿਆ ਅਸੀਂ ਨੇ। ਸਾਡੀ ਰੋਜੀ ਰੋਟੀ 200 ਘਰ ਦੀ ਇਹਨਾਂ ਨੇ ਖਤਮ ਕਰਤੀ। ਇੱਕ ਗਰੀਬ ਦਾ ਢਿੱਡ ਵੱਢ ਕੇ ਅਸੀਂ ਪਸ਼ੂ ਹਸਪਤਾਲ ਰੱਖਾਂਗੇ ਉਰੇ ਆਪਣੇ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਸਾਰੇ ਹੀ ਵਿਧਾਇਕ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਨੇ, ਉੱਥੇ ਹੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਆਏ ਦਿਨ ਸ਼ਹਿਰਾਂ ਦੇ ਵਿੱਚ ਨਜਾਇਜ਼ ਕਬਜ਼ੇ ਹਟਾਉਂਦੇ ਹੋਏ ਨਜ਼ਰ ਆ ਰਹੇ ਨੇ। ਕਈਆਂ ਵੱਲੋਂ ਆਪੇ ਹੀ ਨਜਾਇਜ਼ ਕਬਜ਼ੇ ਮੋੜੇ ਗਏ ਨੇ ਤੇ ਕਈਆਂ ਵੱਲੋਂ ਜ਼ਬਰਦਸਤੀ ਛੁਡਵਾਉਣੇ ਪੈ ਰਹੇ ਨੇ। ਪਰ ਇਸ ਨੂੰ ਲੈ ਕੇ ਕਿਤੇ ਖੁਸ਼ੀ ਦੀ ਲਹਿਰ ਤੇ ਕਿਤੇ ਰੋਸ ਦਾ ਪ੍ਰਗਟਾਵਾ ਵੀ ਖਾਸ ਕਰ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਹੈ। ਸੋ ਹੁਣ ਦਾ ਮਾਮਲਾ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਪਿੰਡ ਛਲੇੜੀ ਕਲਾਂ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ 417 ਏਕੜ ਜ਼ਮੀਨ ਦਾ ਪਿੰਡ ਦੇ ਲੋਕਾਂ ਵੱਲੋਂ ਸਰਬਸੰਮਤੀ ਕਬਜ਼ਾ ਲੈ ਕੇ ਗਏ ਸੀ। ਇਸ ਦੇ ਖਿਲਾਫ ਸਮੁੱਚਾ ਪਿੰਡ ਆਪਣੀਆਂ ਜ਼ਮੀਨਾਂ ਵਾਪਸ ਲੈਣ ਲਈ ਇੱਕ ਵਾਰ ਫੇਰ ਤੋਂ ਇਕਮੁੱਠ ਹੋ ਗਿਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਅਕਾਲੀ ਦਲ ਦੇ ਆਗੂਆਂ ਸਮੇਤ ਪਿੰਡ ਛਲੇੜੀ ਕਲਾਂ ਵਿਖੇ ਪਹੁੰਚੇ ਨੇ। ਪਿੰਡ ਨਿਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਪੁਲਿਸ ਬਲ ਦੇ ਜ਼ੋਰ ਅਤੇ ਡਰਾਵੇ ਵਿੱਚ ਲੈ ਕੇ ਉਹਨਾਂ ਤੋਂ ਜ਼ਮੀਨਾਂ ਦੇ ਕਬਜ਼ੇ ਲੈ ਲਏ ਨੇ, ਪਰ ਹੁਣ ਉਹ ਆਪਣੀ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦੇਣਗੇ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਦੋਸ਼ ਲਗਾਏ ਨੇ, ਆਓ ਸੁਣਦੇ ਹਾਂ। ਕਿੱਲੇ ਜ਼ਮੀਨ ਸੀ ਜਿਹੜੀ ਸਿਆਮਲਾਟ, ਮੈਂ ਉਹਦੇ ਸਿਰਫ ਰੋਟੀ ਰੋਜੀ ਖਾ ਰਿਹਾ ਤਾਂ ਕਰਕੇ ਠੇਕੇ ਪਰ ਦੇ ਕੇ, ਕਿਉਂਕਿ ਉਹ ਵੀ ਮੇਰੇ ਤੋਂ ਹੋ ਹੀ ਗਈ। ਹੁਣ ਦੱਸੋ ਮੈਂ ਗਰੀਬ ਕਿੱਥੇ ਜਾਊਂਗਾ? ਦੇਖ ਲਓ ਮੇਰਾ ਹਾਲ, ਦੇਖ ਲਓ। ਅਰ ਸਾਈਕਲ ਹੀ ਪਰ ਜਾ ਰਿਹਾ, ਟੁੱਟੀ ਵੀ ਸਾਈਕਲ ਹੈ ਮੇਰੇ ਕੋਲ। ਮੈਂ ਦੱਸੋ ਵੀ ਆਪਣੇ ਬਾਲ ਬੱਚਿਆਂ ਨੂੰ ਕਿਸ ਤਰ੍ਹਾਂ ਪਾਲੂੰਗਾ? ਹੈਂ, ਇਹ ਗੌਰਮੈਂਟ ਦਾ ਕਹਿੰਦੇ ਮਾਫੀ ਵਾਲੇ। ਮੈਨੂੰ ਦੱਸੋ ਵੀ ਅਸੀਂ ਕਿੱਧਰ ਦੇ ਮਾਫੀ ਵਾਲੇ? ਮੈਨੂੰ ਦਿਖਾਵੇ ਤਾਂ ਸਹੀ ਆ ਕੇ ਉਰੇ ਕੋਈ ਭਗਵੰਤ ਮਾਨ ਆਵੇ ਜਾਂ ਕੇਜਰੀਵਾਲ ਆਵੇ, ਦੇਖੇ ਤਾਂ ਸਹੀ ਆ ਕੇ ਵੀ ਹਾਂ ਵੀ ਇਹ ਮਾਫੀ ਵਾਲੇ ਬੰਦੇ ਨੇ ਜਿਹੜੇ 3 ਕਿੱਲਿਆਂ ਵਾਲੇ ਨੂੰ ਵੀ ਆਹ ਕਰ ਰਹੇ ਨੇ। ਮੇਰੇ ਗੱਲ ਧੱਕਾ ਹੋ ਰਿਹਾ। ਮੇਰੀ ਮੰਗ ਤਾਂ ਇਹੀ ਹੈ ਜੀ ਕਿ ਜਿਹੜੀ ਜਿੱਥੇ ਕਿਸੇ ਦੀ ਵੀ ਜ਼ਮੀਨ ਹੈ, ਗਰੀਬ ਦੀ ਹੈ ਚਾਹੇ ਅਮੀਰ ਦੀ ਹੈ, ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ, ਉਹਦੀ ਰੋਟੀ ਉਹਨੂੰ ਦੇਣੀ ਚਾਹੀਦੀ ਹੈ। ਦੇਖੋ ਹੁਣ ਗਰੀਬ ਨੇ ਤਾਂ ਰੋਟੀ ਕਰਕੇ ਖਾਣੀ ਆ। ਹੁਣ ਜਿਹਦੇ ਪਾ 1 ਕਿੱਲਾ ਉਹ ਕਿੱਥੇ ਜਾਊਗਾ? ਮੈਨੂੰ ਇੱਕ ਦੱਸੋ। ਉਹਨੇ ਵੀ ਤਾਂ ਕਮਾ ਕੇ ਖਾਣੀ ਹੈ ਕਿਤੇ ਤੇ। ਉਹ ਕਿਤੇ ਲੋਕਾਂ ਦੀ ਦਿਹਾੜੀਆਂ ਕਰਦਾ ਫਿਰੂਗਾ, ਆਪਣੀ ਰੋਟੀ ਖਾ ਰਿਹਾ ਵਾਲਾ ਵਧੀਆ ਦਾ। ਮੈਂ ਕਹਿੰਦਾ ਜੇ ਇਹ ਕੰਮ ਹੁਣ ਗੌਰਮੈਂਟ ਕਰ ਦੇਵੇ ਤਾਂ ਹੀ ਵਧੀਆ ਰਹੂਗਾ। ਕੁਝ ਦਿਨਾਂ ਤੋਂ ਮੁਹਿੰਮ ਚਲਾਈ ਹੋਈ ਹੈ ਸਰਕਾਰ ਨੇ ਨਜਾਇਜ਼ ਕਬਜ਼ੇ ਵਾਲੀ। ਅਸੀਂ ਪਹਿਲਾਂ ਵੀ ਚੰਡੀਗੜ੍ਹ ਵੀ ਕਾਨਫਰੰਸ ਕਰੀ ਹੈ ਤੇ ਅਪੀਲ ਵੀ ਕਰੀ ਹੈ ਬਹੁਤ ਜਣਿਆਂ ਕੋਲ ਕਿ ਪਹਿਲਾਂ ਇਹ ਤਾਂ ਸਾਬਤ ਕਰ ਦੇਵੇ ਸਰਕਾਰ ਕਿ ਸਾਡਾ ਇਹ ਕਬਜ਼ਾ ਨਜਾਇਜ਼ ਆ, ਬਾਅਦ 'ਚ ਉਹ ਨਜਾਇਜ਼ ਸਾਬਤ ਕਰ ਲਵੇ। ਤੇ ਦੂਜਾ ਨੰਬਰ ਉਹ ਕਹਿੰਦੀ ਮਾਫੀਆ ਲੈਂਡ ਦੇ ਲੋਕ ਨੇ ਜਿਨ੍ਹਾਂ ਨੇ ਜ਼ਮੀਨ ਦੱਬੀ ਹੋਈ ਹੈ। ਤੁਸੀਂ ਦੱਸੋ ਵੀ ਇਹ ਮਾਫੀਆ ਲੋਕ ਨੇ? ਦੱਸੋ। ਉਹ ਸਾਡੇ ਨਾਲ ਸ਼ਰੇਆਮ ਧੱਕਾ ਕਰ ਰਹੇ ਨੇ। ਇਹ 1904-5 ਦੇ ਕਾਬਜ਼ ਹੈ ਜੀ। ਅਸੀਂ ਦੇਖੋ 117 ਸਾਲ ਹੋ ਗਏ, 117 ਸਾਲ ਹੋ ਗਏ। ਸਾਡੇ ਬਜ਼ੁਰਗਾਂ ਦੇ ਵੀ ਬਜ਼ੁਰਗ ਇਹ ਚੀਜ਼ ਨੂੰ ਵਾਹੁੰਦੇ ਬੀਜਦੇ ਆ ਰਹੇ ਨੇ। ਅੱਜ ਤੱਕ ਅਸੀਂ 1 ਪੈਸਾ ਨਾਮਾ ਨਹੀਂ ਭਰਿਆ ਹੈਗਾ, ਕਾਸੇ ਦਾ ਵੀ, ਨਾ ਬੋਲੀ ਦਾ, ਨਾ ਕਿਸੇ ਢਾਲ ਦਾ ਜੀ। ਤੇ ਇਹ ਵੀ ਜਿਹੜਾ ਰਿਕਾਰਡ ਆ ਇਹ ਕੋਈ ਕਿਸੇ ਸਾਈਟ ਤੋਂ ਨਹੀਂ ਕੱਢਿਆ ਹੋਇਆ, ਕਿਸੇ ਤੋਂ ਲਿਆਂਦਾ ਨਹੀਂ ਹੋਇਆ। ਇਹ ਔਨ ਰਿਕਾਰਡ ਕਾਨੂੰਗੋ ਦਫ਼ਤਰ ਤੋਂ ਲਿਆ ਗਿਆ, ਕੋਈ ਵੀ ਜਾ ਕੇ ਲੈ ਸਕਦਾ ਇਹ। ਸੋ ਸਾਡੇ ਨਾਲ ਇਹ ਬਹੁਤ ਧੱਕਾ ਹੋ ਰਿਹਾ। ਦੂਜਾ ਨੰਬਰ ਇਹ ਸਰਕਾਰ ਮੈਸੇਜ ਲਾ ਰਹੀ ਆ ਪੂਰੇ ਪੰਜਾਬ 'ਚ ਕਿ ਉੱਥੇ ਦੇ ਲੋਕਾਂ ਨੇ ਆਪ ਜ਼ਮੀਨ ਦਿੱਤੀ ਹੈ, ਆਪ ਛੱਡਿਆ ਕਬਜ਼ਾ। ਕੋਈ ਸਹਿਮਤੀ ਨਹੀਂ ਹੈਗੀ ਸਾਡੀ, ਕੋਈ ਕਬਜ਼ਾ ਨਹੀਂ ਛੱਡਿਆ ਅਸੀਂ ਨੇ। ਲਿਆ ਕੇ ਸਾਡੇ ਤੇ 1100 ਬੰਦੇ ਦੀ ਫੋਰਸ ਖੜੀ ਕਰਤੀ ਇਹਨਾਂ ਨੇ। ਸਾਰੇ ਮਹਿਕਮੇ ਨੇ ਕੱਲੇ ਘਰ ਤੇ ਇਹਨਾਂ ਨੇ ਲਾਮਬੰਦੀ ਕਰਤੀ। ਤੇ ਜੇ ਬੋਲੂਗਾ ਕੋਈ ਪਰਚੇ ਤੋਂ ਡਰੂਗਾ, ਇਸ ਡਰ 'ਚ ਲੋਕ ਬੋਲੇ ਨਹੀਂ ਹੈਗੇ। ਤੇ ਉਸ ਨਾ ਬੋਲਣ ਦੇ ਨਾਂ ਨੂੰ ਇਹਨਾਂ ਨੇ ਇਹ ਕਹਿਤਾ ਕਿ ਜੀ ਉਹਨਾਂ ਦੀ ਸਹਿਮਤੀ ਹੈ। ਇਹ ਸਾਡਾ ਨਾਮ ਲੈ ਕੇ, ਸਾਡੇ ਪਿੰਡ ਦਾ ਨਾਮ ਲੈ ਕੇ ਆਲੇ ਦੁਆਲੇ ਪੂਰੇ ਪੰਜਾਬ 'ਚ ਖਬਰ ਫੈਲਾ ਰਹੇ ਨੇ ਕਿ ਹਾਂਜੀ ਉਹਨਾਂ ਨੇ ਇੱਦਾਂ ਜ਼ਮੀਨ ਛੱਡਤੀ। ਲੋਕਾਂ 'ਚ ਖਬਰ ਫੈਲਾ ਰਹੇ ਨੇ ਵੀ ਤੁਸੀਂ ਵੀ ਇੱਦਾਂ ਕਰੋ। ਉਹਨਾਂ ਨੂੰ ਪਸ਼ੂ ਹਸਪਤਾਲ ਦੇਤਾ। ਕੀ ਕਰਨਾ ਪਸ਼ੂ ਹਸਪਤਾਲ ਦਾ ਅਸੀਂ ਨੇ? ਸਾਡੀ ਰੋਜੀ ਰੋਟੀ 200 ਘਰ ਦੀ ਇਹਨਾਂ ਨੇ ਖਤਮ ਕਰਤੀ। ਇੱਕ ਗਰੀਬ ਦਾ ਢਿੱਡ ਵੱਢ ਕੇ ਅਸੀਂ ਪਸ਼ੂ ਹਸਪਤਾਲ ਰੱਖਾਂਗੇ ਉਰੇ ਆਪਣੇ ਕੋਲ। ਕਦੇ ਬੋਲੀ ਨਹੀਂ ਹੋਈ ਅੱਜ ਤੱਕ। ਅਸੀਂ ਤਾਂ ਭਰੀ ਨਹੀਂ ਹੈਗੀ, ਸਾਡੇ ਬਜ਼ੁਰਗਾਂ ਨੇ ਨਹੀਂ ਭਰੀ, ਉਹਨਾਂ ਤੋਂ ਪਹਿਲਾਂ ਨਹੀਂ ਭਰੀ ਗਈ। 1904-5 'ਚ ਉਸ ਟਾਈਮ ਦੀ ਜਿਹੜੀ ਕੋਈ ਰਿਆਸਤ ਸੀ, ਉਹ ਰਿਆਸਤ ਤੋਂ ਜ਼ਮੀਨ ਖਰੀਦੀ ਗਈ ਆ ਸਾਡੇ ਪੁਰਖਾਂ ਨੇ। 4 ਬਜ਼ੁਰਗਾਂ ਨੇ ਖਰੀਦੀ ਗਈ ਆ। ਤੇ ਉਸ ਟਾਈਮ ਜੋ ਵੀ ਕੋਈ ਬਣਦੀ ਰਕਮ ਸੀਗੀ ਉਹਨਾਂ ਨੇ ਭਰੀ ਹੋਈ ਆ। ਉਹ ਰਕਮ ਭਰ ਕੇ ਇਹ ਜ਼ਮੀਨ ਖਰੀਦੀ ਗਈ ਆ। ਇਹ ਕੋਈ ਆਪ ਨਹੀਂ ਕਾਗਜ਼ ਤਿਆਰ ਕੀਤਾ ਹੋਇਆ। ਕਾਨੂੰਗੋ ਦਫ਼ਤਰ ਤੋਂ ਕੋਈ ਵੀ ਕਢਵਾ ਸਕਦਾ, ਦੇਖ ਸਕਦਾ। ਤੇ ਇਸ ਚੀਜ਼ ਦਾ ਧੱਕਾ ਕਰ ਰਹੇ ਨੇ। ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਿਹਾ ਕਿ ਜੇਕਰ ਉਹ ਆਪਣੀ ਗੱਲ ਤੇ ਇਸੇ ਤਰ੍ਹਾਂ ਨਾਲ
ਡਟੇ ਰਹੇ ਤਾਂ ਕਿਸਾਨਾਂ ਦੇ ਇਸ ਤਰ੍ਹਾਂ ਉਜਾੜੇ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਜਿੱਥੇ ਕਾਨੂੰਨੀ ਲੜਾਈ ਲੜੇਗਾ, ਉੱਥੇ ਹੀ ਕਿਸਾਨਾਂ ਦੀ ਜਨਤਕ ਲੜਾਈ ਲਈ ਵੀ ਅੱਗੇ ਹੋ ਕੇ ਖੜੇਗਾ। ਪੰਜਾਬ ਸਰਕਾਰ ਨੇ ਜਿਹੜਾ ਬੜਾ ਜ਼ੋਰ ਨਾਲ ਇਸ਼ਤਿਹਾਰ ਵੀ ਦੇ ਰਹੇ ਨੇ, ਬਿਆਨਬਾਜ਼ੀ ਵੀ ਹੋ ਰਹੀ ਆ ਕਿ ਨਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਆਰੰਭੀ ਹੋਈ ਆ। ਪਰ ਮੈਂ ਕਹਿ ਸਕਦਾ ਕਿ ਨਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਨਹੀਂ, ਇਹ ਤਾਂ ਉਜਾੜਾ ਮੁਹਿੰਮ ਆਰੰਭੀ ਹੋਈ ਆ। ਪਰ ਪੰਜਾਬ ਦੀ ਸਰਕਾਰ ਨੇ ਜਿਹੜਾ ਬਦਨਾਮ ਕੀਤਾ ਖੇਤੀ ਕਰਨ ਵਾਲੇ ਕਿਸਾਨਾਂ ਨੂੰ, ਜਿਹੜੇ ਰੋਟੀ ਰੋਜੀ ਲਈ, ਪਰਿਵਾਰ ਪਾਲਣ ਲਈ ਆਪਣੇ ਬਾਪ ਦਾਦਿਆਂ ਤੋਂ ਲੈ ਕੇ ਜ਼ਮੀਨਾਂ ਜਿਨ੍ਹਾਂ ਨੇ ਜੰਗਲ ਤੋੜ ਕੇ ਆਬਾਦ ਕਰਾਈਆਂ, ਉਹ ਜ਼ਮੀਨਾਂ 'ਤੇ ਮਤਲਬ ਉਹਨਾਂ ਨੂੰ ਭੌਂ ਮਾਫੀਆ ਦੱਸਿਆ ਜਾ ਰਿਹਾ। ਮੈਂ ਸਮਝਦਾ ਜਾਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਤੇ ਉਹਨਾਂ ਦੇ ਵਜ਼ੀਰਾਂ ਨੂੰ ਅਧਿਕਾਰੀ ਜਿਹੜੇ ਗਲਤ ਗਾਈਡ ਕਰ ਰਹੇ ਨੇ, ਜਾਂ ਉਹ ਸਹੀ ਮਾਇਨਿਆਂ ਵਿੱਚ ਪਹਿਚਾਣ ਨਹੀਂ ਕਰ ਰਹੇ। ਜਿਹੜਾ ਲੈਂਡ ਮਾਫੀਆ, ਜਿਹੜਾ ਆਸਰ ਵਰਤ ਕੇ, ਪੈਸਾ ਵਰਤ ਕੇ, ਸਰਕਾਰੀ ਤਾਕਤ ਵਰਤ ਕੇ, ਰਸੂਖ ਵਰਤ ਕੇ ਕੁਝ ਲੋਕਾਂ ਨੇ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ, ਮੈਂ ਸਮਝਦਾ ਕਿ ਉਹਨਾਂ ਨੂੰ ਫਰਕ ਨਾ ਦੇਖਣਾ ਚਾਹੀਦਾ। ਤੇ ਜਿਹੜੇ ਲੋਕਾਂ ਨੇ ਰੋਟੀ ਰੋਜੀ ਲਈ, ਆਪਣੇ ਪਰਿਵਾਰ ਪਾਲਣ ਲਈ ਪੰਚਾਇਤ ਦੀਆਂ ਜ਼ਮੀਨਾਂ ਜਿਹੜੀਆਂ ਸਾਂਝੀਆਂ ਰੱਖੀਆਂ ਸੀ ਬਜ਼ੁਰਗਾਂ ਨੇ, ਉਹ ਵੰਡ ਕੇ ਵਾਹੀ ਕਰ ਰਹੇ ਨੇ, ਉਹਨਾਂ ਨੂੰ ਵੱਖਰੇ ਤੌਰ 'ਤੇ ਦੇਖਣਾ ਚਾਹੀਦਾ। ਤਾਂ ਪਹਿਲਾਂ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਹੋਰਾਂ ਨੂੰ ਮਿਲਾਂਗੇ, ਉਹਨਾਂ ਦੇ ਧਿਆਨ 'ਚ ਲਿਆ ਕੇ ਉਹਨਾਂ ਤੋਂ ਆਸ ਕਰਦੇ ਆ ਕਿ ਸੱਚਾਈ ਨੂੰ ਉਹ ਜ਼ਰੂਰ ਪਹਿਚਾਣਨਗੇ ਔਰ ਲੋਕਾਂ ਨੂੰ ਇਨਸਾਫ ਦੇਣਗੇ। ਤੇ ਜੇ ਉਹ ਉਸੇ ਤਰ੍ਹਾਂ ਰਹੇ, ਵਜੀਦ ਰਹੇ, ਜੇ ਉਹਨਾਂ ਨੇ ਗੱਲ ਅਸਲੀਅਤ ਨਾ ਜਾਣੀ, ਤਾਂ ਮੈਂ ਸਮਝਦਾ ਕਿ ਜਨਤਕ ਲੜਾਈ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੋਏਗਾ। ਧਿਆਨ ਨਾਲ ਸੁਣੀ ਗੱਲ ਤੇ ਪੋਜ਼ਿਟਿਵ ਰਿਸਪੌਂਸ ਕੀਤਾ। ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਐਵੇਂ ਦੇਖੋ ਰਾਜਨੀਤੀ ਚੱਲਦੀ ਰਹਿਣੀ ਆ, ਤੁਸੀਂ ਰਸੂਖਵਾਨ ਲੋਕਾਂ ਤੋਂ ਕਬਜ਼ੇ ਛਡਵਾਉਣ ਦੀ ਗੱਲ ਕਰਦੇ ਕਰਦੇ ਫਿਰ ਇਸ ਗੱਲ ਤੇ ਆ ਗਏ ਵੀ ਦੇਖੋ ਜੀ ਅਕਾਲੀਆਂ ਨੇ ਆਪਣੇ ਚਹੇਤਿਆਂ ਨੂੰ, ਪਿਛਲੀਆਂ ਸਰਕਾਰਾਂ ਨੇ ਆਪਣੇ ਚਹੇਤਿਆਂ ਨੂੰ ਜ਼ਮੀਨਾਂ ਤੇ ਬਿਠਾਇਆ ਹੋਇਆ ਸੀਗਾ। ਇਹ ਆਮ ਛੋਟੇ ਛੋਟੇ ਕਿਸਾਨਾਂ ਨੂੰ, ਪੰਜਾਬ ਦਿਆਂ ਨੂੰ ਤੁਸੀਂ ਇੱਕ ਭੂ ਮਾਫੀਆ, ਇੱਕ ਲੈਂਡ ਮਾਫੀਆ ਦੇ ਰੂਪ ਵਿੱਚ ਪੇਸ਼ ਕਰਤੇ ਆ ਸਮਾਜ ਦੇ ਬਾਕੀ ਵਰਗਾਂ ਦੇ ਅੱਗੇ। ਉਹ ਮੈਂ ਬੇਨਤੀ ਕੀਤੀ ਮੰਤਰੀ ਜੀ ਨੂੰ ਵੀ ਇੱਕ ਤਾਂ ਇਹ ਜਿਹੜਾ ਤਰੀਕਾ ਇਹ ਤੁਹਾਡਾ ਗਲਤ ਆ। ਦੂਸਰੀ ਗੱਲ ਜਿਹੜੀ ਹੈਗੀ ਆ ਵੀ ਤੁਸੀਂ ਐਡਾ ਵੱਡੀ ਇੱਕ ਮੁਹਿੰਮ ਚਲਾਉਣ ਲੱਗੇ ਹੋ, ਇਹ ਲੋਕਾਂ ਨੇ ਜ਼ਮੀਨਾਂ ਜੰਗਲ ਤੋੜ ਕੇ ਆਬਾਦ ਕੀਤੀਆਂ। ਜੰਗਲ ਕੋਈ ਇੱਕ ਦੋ ਦਿਨ 'ਚ ਨਹੀਂ ਟੁੱਟਦੇ, ਕਿੰਨੇ ਸਾਲ ਪਰਿਵਾਰ ਲੱਗੇ ਰਹੇ, ਉਨੀਆਂ ਜ਼ਮੀਨਾਂ ਦੀ ਕੀਮਤ ਨਹੀਂ ਸੀ ਜਿੰਨਾ ਉਹਨਾਂ ਜ਼ਮੀਨਾਂ ਦੇ ਉੱਤੇ ਖਰਚਾ ਕੀਤਾ ਇਹਨਾਂ ਪਰਿਵਾਰਾਂ ਨੇ। ਟਿਊਬਵੈੱਲ ਲਵਾਏ, ਬੋਰ ਲਵਾਏ ਤੇ ਇੱਕ ਦੋ ਏਕੜ ਉਹਨਾਂ ਪਰਿਵਾਰਾਂ ਦੇ ਕੋਲੇ ਆ। ਉਹਨਾਂ ਦੀ ਰੋਜ਼ੀ ਰੋਟੀ ਉਹਨਾਂ ਜ਼ਮੀਨਾਂ ਦੇ ਸਿਰ ਦੇ ਉੱਤੇ ਹੀ ਚੱਲਦੀ ਆ। ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ।